बाप अते बेटे अते रूह पाक दे नाम उत्ते आमीन। मसीह विच प्यारे भराओ ते भैणों, सारिਆਂ ਨੂੰ जय यीशु मसीह दी। ਅੱਜ पाक मां कलीसिया गुड फ्राइडे यानी कि पाक शुक्रवार ਦਾ ਦਿਹਾੜਾ ਮਨਾ ਰਹੀ ਹੈ। ਆਓ ਅਸੀਂ ਅੱਜ ਪਾਕ ਕਲਾਮ ਦੇ ਵਿੱਚੋਂ ਉਹਨਾਂ ਪਾਠਾਂ ਦੇ ਬਾਰੇ ਜਾਣੀਏ ਜੋ ਅੱਜ ਗਿਰਜਿਆਂ ਦੇ ਵਿੱਚ ਪੜ੍ਹੇ ਜਾਣੇ ਹਨ। ਅੱਜ ਦਾ ਪਹਿਲਾ ਪਾਠ ਯਸ਼ਾਇਆ ਨਬੀ ਦੀ ਪੁਸਤਕ ਉਸ ਦਾ 52 ਅਧਿਆਇ 13ਵੀਂ ਆਇਤ ਤੋਂ ਲੈ ਕੇ 53 ਅਧਿਆਇ 1 ਆਇਤ ਤੋਂ 12 ਆਇਤ ਤੱਕ। ਅੱਜ ਦਾ ਦੂਜਾ ਪਾਠ ਇਬਰਾਨੀਆਂ ਦੇ ਨਾਂ ਖੱਤ 4 ਅਧਿਆਇ 14 ਤੋਂ 16 ਆਇਤ ਤੱਕ ਤੇ 5ਵਾਂ ਅਧਿਆਇ 7 ਤੋਂ 9 ਆਇਤ ਤੱਕ। ਪ੍ਰਭੂ ਯੀਸ਼ੂ ਦੇ ਦੁੱਖ ਭੋਗ ਦਾ ਜੋ ਪਾਠ ਯਹੂਨਾ ਦੇ ਅਨੁਸਾਰ 18ਵਾਂ ਅਧਿਆਇ 1 ਆਇਤ ਤੋਂ ਲੈ ਕੇ 19 ਅਧਿਆਇ ਉਸ ਦੀ 42 ਆਇਤ ਤੱਕ। ਪਿਆਰਿਓ, ਅੱਜ ਤੁਹਾਡੇ ਨਾਲ ਇਹਨਾਂ ਪਾਠਾਂ ਦੇ ਬਾਰੇ ਵਿਆਖਿਆ ਕਰਨ ਤੋਂ ਪਹਿਲਾਂ ਮੈਂ ਪਾਕਿਸਤਾਨ ਦੇ ਸ਼ਾਇਰ ਤਾਲਿਬ ਨਸਰਾਨੀ ਦੀ ਇੱਕ ਨਜ਼ਮ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ, ਜਿਹਦੇ ਵਿੱਚ ਉਹ ਲੱਕੜੀ ਦਾ ਬਿਆਨ ਕਰਦਾ ਹੈ ਕਿ ਲੱਕੜੀ ਕਈ ਤਰ੍ਹਾਂ ਦੇ ਕੰਮ ਆਉਂਦੀ ਹੈ, ਲੇਕਿਨ ਉਹਦੇ ਵਿੱਚ ਉਹ ਲੱਕੜੀ ਜਿਹਦੀ ਸਲੀਬ ਬਣਾ ਕੇ ਯਿਸੂ ਨੂੰ ਉਹਦੇ ਉੱਤੇ ਟੰਗਿਆ ਗਿਆ, ਉਹ ਲੱਕੜੀ ਸਾਰਿਆਂ ਦੇ ਵਾਸਤੇ ਮੁਕਤੀ ਦਾ, ਨਜਾਤ ਦਾ ਵਸੀਲਾ ਬਣ ਗਈ। ਆਓ ਅਸੀਂ ਥੋੜਾ ਜਿਹਾ ਧਿਆਨ ਦਈਏ। ਲਿਖਦਾ ਹੈ, ਤਰ੍ਹਾਂ ਤਰ੍ਹਾਂ ਦੇ ਲੱਕੜੀ ਕੰਮ ਦੇਂਦੀ, ਤਰ੍ਹਾਂ ਤਰ੍ਹਾਂ ਦੇ ਲੱਕੜੀ ਕੰਮ ਦੇਂਦੀ, ਜੇ ਕੋਈ ਮੱਤ ਸਿਖਾਵੇ ਤਾਂ ਲੱਕੜੀ ਦੇ ਨਾਲ। ਕੋਠੇ ਘਰ ਇਮਾਰਤਾਂ ਵਿੱਚ ਵਰਤਣ, ਕੋਠੇ ਘਰ ਇਮਾਰਤਾਂ ਵਿੱਚ ਵਰਤਣ, ਕੋਈ ਪਕਵਾਨ ਪਕਾਵੇ ਤੇ ਲੱਕੜੀ ਦੇ ਨਾਲ। ਦੇਵੇ ਆਸਰਾ ਲੱਕੜੀ ਬੁੱਢਿਆਂ ਨੂੰ, ਦੇਵੇ ਆਸਰਾ ਲੱਕੜੀ ਬੁੱਢਿਆਂ ਨੂੰ, ਜੇ ਕੋਈ ਲੜੇ ਲੜਾਵੇ ਤੇ ਲੱਕੜੀ ਦੇ ਨਾਲ। ਇਸਰਾਈਲੀਆਂ ਨੂੰ ਮਿਸਰ ਚੋਂ ਕੱਢ ਮੂਸਾ, ਇਸਰਾਈਲੀਆਂ ਨੂੰ ਮਿਸਰੋਂ ਕੱਢ ਮੂਸਾ, ਦਰਿਆ ਪਾਰ ਲੰਘਾਵੇ ਤੇ ਲੱਕੜੀ ਨਾਲ। ਹਜ਼ਰਤ ਨੂਹ ਨੂੰ ਤੂਫਾਨ ਤੋਂ ਬਚਣ ਦੇ ਲਈ, ਹਜ਼ਰਤ ਨੂਹ ਨੂੰ ਤੂਫਾਨ ਤੋਂ ਬਚਣ ਦੇ ਲਈ ਕਿਸ਼ਤੀ ਜੇ ਬਣਾਵੇ ਤੇ ਲੱਕੜੀ ਨਾਲ। ਮੇਰੇ ਅਜ਼ੀਜ਼ੋ, ਇੱਕ ਲੱਕੜੀ ਸਲੀਬ ਦੀ ਅਜਬ ਡਿੱਠੀ, ਇੱਕ ਲੱਕੜੀ ਸਲੀਬ ਦੀ ਅਜਬ ਡਿੱਠੀ, ਸਾਰਾ ਜੱਗ ਬਚਾਵੇ ਤੇ ਲੱਕੜੀ ਦੇ ਨਾਲ। ਹਾਂ ਪਿਆਰਿਓ, ਇਹ ਲੱਕੜੀ ਦੀ ਦਾਸਤਾ ਹੈ। ਕਿੰਨੇ ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਵੱਖ-ਵੱਖ ਕੰਮਾਂ ਦੇ ਲਈ ਲੱਕੜੀ ਦਾ ਇਸਤੇਮਾਲ ਹੁੰਦਾ ਹੈ, ਲੇਕਿਨ ਜਦੋਂ ਵੱਖ-ਵੱਖ ਤਰੀਕਿਆਂ ਦੇ ਨਾਲ ਲੱਕੜੀ ਦਾ ਇਸਤੇਮਾਲ ਹੁੰਦਾ ਹੈ, ਲੋਕਾਂ ਨੇ ਗੌਰ ਨਹੀਂ ਕੀਤਾ। ਲੇਕਿਨ ਗੌਰ ਲੱਕੜ ਦੇ ਉੱਤੇ ਉਸ ਵਕਤ ਗਿਆ ਜਦੋਂ ਲੱਕੜ ਦੀ ਸਲੀਬ ਬਣਾਈ ਗਈ ਅਤੇ ਉਸ ਉੱਤੇ ਯਿਸੂ ਨੂੰ ਟੰਗਿਆ ਗਿਆ ਅਤੇ ਉਹ ਲੱਕੜੀ ਸਾਡੀ ਮੁਕਤੀ ਦਾ ਵਸੀਲਾ ਬਣ ਗਈ। ਅੱਜ ਅਸੀਂ ਉਸੇ ਹੀ ਸਲੀਬ ਦਾ ਸਤਿਕਾਰ ਕਰਦੇ ਹਾਂ, ਅੱਜ ਅਸੀਂ ਉਸੇ ਹੀ ਸਲੀਬ ਨੂੰ ਮਾਣ ਦਿੰਦੇ ਹਾਂ। ਪਿਆਰਿਓ, ਅੱਜ ਮੈਂ ਤੁਹਾਡਾ ਥੋੜਾ ਜਿਹਾ ਧਿਆਨ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਦੇ ਵੇਲੇ ਅਤੇ ਉਸ ਵਕਤ ਦੇ ਨਜ਼ਾਰੇ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ ਜਿੱਥੇ ਲੋਕਾਂ ਨੂੰ ਸਲੀਬ ਦਿੱਤੀ ਜਾਂਦੀ ਸੀ। ਪਿਆਰਿਓ, ਸਾਡੇ ਆਲੇ ਦੁਆਲੇ ਵੀ ਅਸੀਂ ਦੇਖਦੇ ਹਾਂ ਕਿ ਕਬਰਸਤਾਨ ਹਨ, ਸ਼ਮਸ਼ਾਨ ਘਾਟ ਹਨ, ਜਿੱਥੇ ਲੋਕਾਂ ਨੂੰ ਦਫਨਾਇਆ ਜਾਂਦਾ ਹੈ, ਲੋਕਾਂ ਨੂੰ ਸਾੜਿਆ ਜਾਂਦਾ ਹੈ। ਕੋਈ ਵੀ ਉਸ ਥਾਂ ਨੂੰ ਪਸੰਦ ਨਹੀਂ ਕਰਦਾ ਹੈ, ਕੋਈ ਵੀ ਉਸ ਥਾਂ ਦੇ ਉੱਤੇ ਭੱਜ ਭੱਜ ਕੇ ਨਹੀਂ ਜਾਂਦਾ ਹੈ। ਲੇਕਿਨ ਪਿਆਰਿਓ, ਜਿਸ ਜਗ੍ਹਾ ਦੇ ਉੱਤੇ ਯਿਸੂ ਨੂੰ ਸੂਲੀ ਤੇ ਚੜਾਇਆ ਜਾਣਾ ਸੀ, ਉਸ ਜਗ੍ਹਾ ਦਾ ਨਾਂ ਕੀ ਸੀ? ਗੋਲਗੋਥਾ। ਅਸੀਂ ਮੱਤੀ ਦੀ ਅੰਜੀਲ ਉਸ ਦਾ 27 ਅਧਿਆਇ ਉਸ ਦੀ 33 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਸ ਜਗ੍ਹਾ ਦਾ ਨਾਮ ਗੋਲਗਥਾ ਸੀ, ਜਿਸ ਦਾ ਮਤਲਬ ਸੀ ਖੋਪੜੀ ਦੀ ਥਾਂ। ਮਤਲਬ ਕਿ ਉੱਥੇ ਖੋਪੜੀਆਂ ਹੀ ਖੋਪੜੀਆਂ ਹੁੰਦੀਆਂ ਸੀ। ਤੇ ਯਿਸੂ ਨੂੰ ਵੀ ਉਸ ਜਗ੍ਹਾ ਦੇ ਉੱਤੇ ਸੂਲੀ ਚੜਾਉਣ ਦੇ ਲਈ ਕਲਵਰੀ ਦਾ ਉਹ ਜੋ ਪਹਾੜ ਸੀਗਾ, ਉਸ ਉੱਤੇ ਲਿਜਾਇਆ ਗਿਆ। ਲੇਕਿਨ ਪਿਆਰਿਓ, ਪ੍ਰਭੂ ਯਿਸੂ ਮਸੀਹ ਨੇ ਜਦੋਂ ਸਲੀਬ ਦੇ ਉੱਤੇ ਜਾਨ ਦੇ ਦਿੱਤੀ
ਤਾਂ ਇਹ ਜਗ੍ਹਾ ਜੋ ਕਲਵਰੀ ਦੀ ਥਾਂ ਜਿੱਥੇ ਕੋਈ ਵੀ ਜਾਣਾ ਪਸੰਦ ਨਹੀਂ ਕਰਦਾ ਸੀ, ਅੱਜ ਤੁਸੀਂ ਜਾ ਕੇ ਦੇਖੋ ਵੱਡੇ ਵੱਡੇ ਗਿਰਜੇ ਬਣੇ ਹੋਏ ਹਨ। ਲੋਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਤੀਰਥ ਯਾਤਰਾ ਕਰਨ ਦੇ ਲਈ ਜਾਂਦੇ ਹਨ। ਕਿਉਂ? ਕਿਉਂਕਿ ਯਿਸੂ ਮਸੀਹ ਨੇ ਸਲੀਬ ਨੂੰ ਸਾਡੀ ਮੁਕਤੀ ਦਾ ਚਿੰਨ੍ਹ ਬਣਾ ਦਿੱਤਾ। ਇਸੇ ਕਰਕੇ ਸੰਤ ਪੌਲੁਸ ਕੁਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਪਹਿਲਾ ਖੱਤ ਉਸ ਦਾ ਪਹਿਲਾ ਅਧਿਆਇ 18ਵੀਂ ਆਇਤ ਦੇ ਵਿੱਚ ਲਿਖਦਾ ਹੈ, ਕਹਿੰਦਾ ਹੈ ਕਿ ਲੋਕ ਸਲੀਬ ਨੂੰ ਮੂਰਖਤਾ ਸਮਝਦੇ ਸੀ। ਇਹ ਕੌਣ ਸੀ ਲੋਕ? ਯੂਨਾਨੀ ਲੋਕ, ਰੋਮਨ ਲੋਕ ਯਿਸੂ ਸਲੀਬ ਨੂੰ ਮੂਰਖਤਾ ਸਮਝਦੇ ਸੀ, ਪਰ ਸਾਡੇ ਲਈ ਇਹ ਮੁਕਤੀ ਦਾ ਰਾਹ ਹੈ। ਕਿਸ ਤਰ੍ਹਾਂ ਮੁਕਤੀ ਦਾ ਰਾਹ ਬਣ ਗਈ? ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਮਰ ਗਿਆ, ਸਲੀਬ ਦੇ ਉੱਤੇ ਆਪਣੀ ਜਾਨ ਦੇ ਦਿੱਤੀ, ਤਾਂ ਉਸ ਵਕਤ ਤੋਂ ਅੱਜ ਤੱਕ ਉਹ ਸਲੀਬ ਸਾਡੇ ਲਈ ਮੁਕਤੀ ਦਾ ਰਾਹ ਹੈ, ਮੁਕਤੀ ਦਾ ਮਾਰਗ ਹੈ। ਤੇ ਪਿਆਰਿਓ, ਰੋਮਨ ਰਾਜ ਉਸ ਵਕਤ ਲੋਕਾਂ ਦੇ ਉੱਤੇ ਰਾਜ ਕਰ ਰਹੇ ਸੀ, ਯਹੂਦੀਆਂ ਦੇ ਉੱਤੇ ਰਾਜ ਕਰ ਰਹੇ ਸੀ, ਅਤੇ ਉਹ ਥਾਂ ਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਜਿੱਥੇ ਸਲੀਬਾਂ ਸੀ, ਉਹ ਉੱਥੇ ਉਦਾਂ ਦੀਆਂ ਉਦਾਂ ਪਈਆਂ ਰਹੀਆਂ। ਤੇ ਪਿਆਰਿਓ ਦੇਖੋ, ਜਦੋਂ ਪ੍ਰਭੂ ਯਿਸੂ ਮਸੀਹ ਨੇ ਚਮਤਕਾਰ ਕਰਨੇ ਹਨ ਤਾਂ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਚਮਤਕਾਰ ਕਰਦਾ ਹੈ। ਚੌਥੀ ਸਦੀ ਦੇ ਸ਼ੁਰੂ ਦੇ ਵਿੱਚ ਰੋਮ ਦੇ ਵਿੱਚ ਇੱਕ ਬਾਦਸ਼ਾਹ ਹੋਇਆ, ਐਮਪਰਰ ਹੋਇਆ, ਜਿਸ ਦਾ ਨਾਮ ਸੀ ਕੌਂਸਟੈਂਟਾਈਨ। ਉਹ ਕੌਂਸਟੈਂਟਾਈਨ ਦੀ ਮਾਂ ਸੀ ਹੈਲੀਨਾ, ਮਹਾਰਾਣੀ ਹੈਲੀਨਾ। ਉਹ ਮਹਾਰਾਣੀ ਨੂੰ ਸੁਪਨਾ ਆਇਆ ਕਿ ਜੇਕਰ ਉਸ ਦਾ ਬੇਟਾ ਪੂਰੀ ਫੌਜ ਦੇ ਹਥਿਆਰਾਂ ਦੇ ਉੱਤੇ ਸਲੀਬ ਦਾ ਨਿਸ਼ਾਨ ਬਣਾਵੇਗਾ ਤੇ ਉਹਨਾਂ ਨੂੰ ਜਿੱਤ ਹਾਸਲ ਹੋਵੇਗੀ। ਤੇ ਉਸਨੇ ਇਹ ਗੱਲ ਨੂੰ ਆਪਣੇ ਬੇਟੇ ਦੇ ਨਾਲ ਸਾਂਝਾ ਕੀਤਾ ਤੇ ਉਸਨੇ ਸਾਰੇ ਹਥਿਆਰਾਂ ਦੇ ਉੱਤੇ ਸਲੀਬ ਦਾ ਨਿਸ਼ਾਨ ਬਣਾ ਦਿੱਤਾ। ਤੇ ਪਿਆਰਿਓ, ਸਲੀਬ ਦੇ ਨਿਸ਼ਾਨ ਦੇ ਨਾਲ ਉਹਨਾਂ ਨੂੰ ਜਿੱਤ ਹਾਸਲ ਹੋਈ। ਸਲੀਬ ਦੀ ਫਤਿਹ, ਸਲੀਬ ਦੇ ਨਿਸ਼ਾਨ ਦੀ ਫਤਿਹ ਹੋਈ। ਮਹਾਰਾਣੀ ਹਲੀਨਾ ਨੇ ਫੈਸਲਾ ਕੀਤਾ ਕਿ ਹੁਣ ਉਹ ਜਾ ਕੇ ਉਹ ਸਲੀਬ ਲੱਭੇਗੀ ਜਿੱਥੇ ਯਿਸੂ ਮਸੀਹ ਨੇ ਆਪਣੀ ਜਾਨ ਦੇ ਦਿੱਤੀ। ਉਹਦੇ ਮਨ ਦੇ ਵਿੱਚ ਇੱਕ ਲਗਨ ਆਈ ਕਿ ਮੈਂ ਉਹ ਸਲੀਬ ਦੇ ਜਾ ਕੇ ਦਰਸ਼ਨ ਕਰਾਂ। ਇਸੇ ਕਰਕੇ ਉਹ ਰੋਮ ਤੋਂ ਯਰੂਸ਼ਲਮ ਦੇ ਵੱਲ ਆਈ ਅਤੇ ਆ ਕੇ ਉਹ ਖੋਪੜੀ ਦੀ ਥਾਂ ਦੇ ਉੱਤੇ ਉਸਨੇ ਜਾ ਕੇ ਦੇਖਿਆ, ਸਲੀਬ ਲੱਭਣ ਦੀ ਕੋਸ਼ਿਸ਼ ਕੀਤੀ। ਹੁਣ ਸਲੀਬ ਉੱਥੇ ਤੇ ਹਜ਼ਾਰਾਂ ਸਲੀਬਾਂ ਸੀ। ਇਸ ਕਰਕੇ ਉਹਨਾਂ ਨੇ ਇੱਕ ਬਿਮਾਰ ਵਿਅਕਤੀ ਨੂੰ ਲਿਆਂਦਾ ਤੇ ਵੱਖ-ਵੱਖ ਸਲੀਬਾਂ ਦੇ ਉੱਤੇ ਉਸ ਨੂੰ ਲਿਟਾਇਆ। ਉਹ ਵਿਅਕਤੀ ਚੰਗਾ ਨਹੀਂ ਹੋਇਆ। ਇੱਕ ਸਲੀਬ ਦੇ ਉੱਤੇ ਜਦੋਂ ਉਸ ਨੂੰ ਲਿਟਾਇਆ ਗਿਆ ਤੇ ਉਹ ਜੋ ਬਿਮਾਰ ਵਿਅਕਤੀ ਸੀ ਉਹ ਚੰਗਾ ਹੋ ਗਿਆ। ਤੇ ਉਸ ਤੋਂ ਪਤਾ ਲੱਗ ਗਿਆ ਕਿ ਇਹੋ ਹੀ ਸਲੀਬ ਹੈ ਜਿਸ ਉੱਤੇ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਦਿੱਤੀ ਸੀ। ਤੇ ਪਿਆਰਿਓ, ਰਾਣੀ ਨੇ ਉਹ ਸਲੀਬ ਨੂੰ ਬੜੇ ਅਦਬ ਦੇ ਨਾਲ ਰੋਮ ਵਿੱਚ ਲੈ ਆਂਦਾ ਤੇ ਜਿੱਥੇ ਉਸ ਦਾ ਮਹਿਲ ਸੀ ਉੱਥੇ ਇੱਕ ਵੱਡਾ ਗਿਰਜਾ ਬਣਾਇਆ, ਜਿਸ ਗਿਰਜੇ ਦਾ ਨਾਮ ਸੀ ਸਾਂਤਾ ਕਰੋਚ, ਯਾਨੀ ਕਿ ਹੋਲੀ ਕ੍ਰੋਸ ਗਿਰਜਾ ਘਰ, ਪਾਕ ਸਲੀਬ ਦਾ ਗਿਰਜਾ। ਅਤੇ ਉੱਥੇ ਉਸਨੇ ਇਹ ਸਲੀਬ ਦੇ ਜੋ ਟੁਕੜੇ ਸੀ ਉੱਥੇ ਮੜਾ ਕੇ ਰੱਖ ਦਿੱਤੇ ਤੇ ਉਹ ਅੱਜ ਵੀ ਮੌਜੂਦ ਨੇ। ਅੱਜ ਵੀ ਉਸ ਗਿਰਜੇ ਘਰ ਦੇ ਵਿੱਚ ਉਹ ਅਸਲੀ ਸਲੀਬ ਦੇ ਜੋ ਅੰਸ਼ ਹਨ ਅੱਜ ਵੀ ਮੌਜੂਦ ਹਨ। ਪਿਆਰਿਓ, ਮੇਰੇ ਕਹਿਣ ਦਾ ਮਤਲਬ ਇਹੋ ਹੀ ਹੈ ਕਿ ਸਲੀਬ ਦੇ ਵਿੱਚ ਸ਼ਕਤੀ ਹੈ। ਜਿਸ ਤਰ੍ਹਾਂ ਸੰਤ ਪੌਲੁਸ ਕਹਿੰਦਾ ਹੈ ਕਿ ਲੋਕਾਂ ਵਾਸਤੇ ਹੋ ਸਕਦਾ ਹੈ ਕਿ ਮੂਰਖਤਾ ਹੋਵੇ, ਲੇਕਿਨ ਸਾਡੇ ਵਾਸਤੇ ਇਹ ਰਾਹ ਹੈ। ਸਾਡੇ ਵਾਸਤੇ ਇਹ ਜੋ ਸਲੀਬ ਹੈ ਇਹ ਜੀਵਨ ਹੈ। ਇਸੇ ਕਰਕੇ ਪੋਪ ਬੈਨਾਡਿਕਟ 16ਵਾਂ ਆਪਣੀ ਇੱਕ ਲਿਖਤ ਦੇ ਵਿੱਚ ਕਹਿੰਦਾ ਹੈ ਕਿ ਸਲੀਬ ਸਾਡੇ ਈਮਾਨ ਦਾ ਨਿਚੋੜ ਹੈ। ਅਸੀਂ ਸਲੀਬ ਦਾ ਨਿਸ਼ਾਨ ਆਪਣੇ ਆਪ ਉੱਤੇ ਬਣਾਉਂਦੇ ਹਾਂ। ਸਲੀਬ ਦੇ ਨਿਸ਼ਾਨ ਦੇ ਵਿੱਚ ਅਸੀਂ ਖੁਦਾ ਬਾਪ, ਖੁਦਾ ਬੇਟਾ, ਖੁਦਾ ਰੂਹ ਪਾਕ, ਉਸ ਦੀ ਅਸੀਂ ਵਡਿਆਈ ਕਰਦੇ ਹਾਂ। ਉਸ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਮਸਾਹ ਕਰਦੇ ਹਾਂ। ਇਸ ਕਰਕੇ ਅਸੀਂ ਆਪਣੇ ਗਲੇ ਦੇ ਵਿੱਚ ਸਲੀਬ ਪਾ ਕੇ ਰੱਖਣੀ ਹੈ। ਘਰਾਂ ਦੇ ਵਿੱਚ ਸਲੀਬ ਲਗਾ ਕੇ ਰੱਖਣੀ ਚਾਹੀਦੀ, ਕਿਉਂਕਿ ਇਹ ਸਾਡੀ ਮੁਕਤੀ ਦਾ ਚਿੰਨ੍ਹ ਹੈ। ਕਿਉਂਕਿ ਸਲੀਬ ਦੇ ਉੱਤੇ ਪ੍ਰਭੂ ਯਿਸੂ ਮਸੀਹ ਨੇ ਆਪਣਾ ਖੂਨ ਵਹਾਇਆ। ਜੇਕਰ ਤੁਸੀਂ
ਕੂਚ ਦਾ ਗ੍ਰੰਥ ਪੜ੍ਹੋ ਤੇ ਉੱਥੇ ਅਸੀਂ ਦੇਖਦੇ ਹਾਂ ਕਿ ਖੁਦਾ ਨੇ ਮੂਸਾ ਨੂੰ ਆਖਿਆ ਸੀਗਾ ਕਿ ਇੱਕ ਲੇਲਾ ਵੱਢ ਕੇ ਉਸ ਦੀ ਕੁਰਬਾਨੀ ਦਿਓ ਅਤੇ ਲੇਲੇ ਦੇ ਖੂਨ ਨੂੰ ਚਗਾਠਾਂ ਦੇ ਉੱਤੇ ਲਗਾ ਦਿਓ। ਜਿਹੜੀ ਚਗਾਰ ਦੇ ਉੱਤੇ ਲੇਲੇ ਦਾ ਖੂਨ ਹੋਵੇਗਾ ਉਹ ਘਰ ਬਚਾਇਆ ਜਾਵੇਗਾ, ਉਸ ਘਰ ਦਾ ਪਲੋਠਾ ਬੱਚਾ ਨਹੀਂ ਮਰੇਗਾ। ਯਾਨੀ ਕਿ ਲੇਲੇ ਦਾ ਖੂਨ ਮੁਕਤੀ ਦਾ ਚਿੰਨ੍ਹ, ਮੁਕਤੀ ਦਾ ਚਿੰਨ੍ਹ ਬਣ ਗਿਆ ਨਾ। ਹੁਣ ਇੱਥੇ ਅੱਲਾ ਹੈ ਜੋ ਸਲੀਬ ਦੇ ਉੱਤੇ ਆਪਣੀ ਜਾਨ ਦੇਣ ਜਾ ਰਿਹਾ ਹੈ, ਜਿਸ ਨੇ ਸਲੀਬ ਦੇ ਉੱਤੇ ਆਪਣੀ ਜਾਨ ਦਿੱਤੀ ਹੈ, ਜਿਸ ਦੇ ਬਾਰੇ ਯੂਹੰਨਾ ਗਵਾਹੀ ਦਿੰਦਾ ਹੈ। ਯੂਹੰਨਾ ਦੀ ਅੰਜੀਲ ਉਸ ਦਾ ਪਹਿਲਾ ਅਧਿਆਇ ਉਸ ਦੀ 29 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ। ਯੂਹੰਨਾ ਕਹਿੰਦਾ ਹੈ, ਵੇਖੋ ਖੁਦਾ ਦਾ ਲੇਲਾ। ਯਿਸੂ ਨੂੰ ਵੇਖ ਕੇ ਕਹਿੰਦਾ ਹੈ, ਵੇਖੋ ਖੁਦਾ ਦਾ ਲੇਲਾ ਜੋ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਸਾਡੇ ਗੁਨਾਹਾਂ ਨੂੰ ਚੁੱਕਣ ਦੇ ਲਈ ਇਹ ਲੇਲਾ, ਬੇਦਾਗ ਲੇਲਾ, ਸਾਡੇ ਖਾਤਰ ਸਲੀਬ ਦੇ ਉੱਤੇ ਕੁਰਬਾਨ ਹੋ ਗਿਆ। ਤੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਆਪਣੀ ਜਾਨ ਦੇ ਦਿੱਤੀ, ਉਸ ਵਕਤ ਤੋਂ ਲੈ ਕੇ ਸਲੀਬ ਅੱਜ ਤੱਕ ਸਾਡੇ ਲਈ ਮੁਕਤੀ ਦਾ ਨਿਸ਼ਾਨ ਹੈ ਤੇ ਅਸੀਂ ਅੱਜ ਉਸੇ ਹੀ ਸਲੀਬ ਦੀ ਉਪਾਸਨਾ ਕਰਨ ਜਾ ਰਹੇ ਹਾਂ। ਦੁਨੀਆ ਭਰ ਦੇ ਗਿਰਜੇ ਘਰਾਂ ਦੇ ਵਿੱਚ ਅੱਜ ਸਲੀਬ ਨੂੰ ਸਤਿਕਾਰ ਦਿੱਤਾ ਜਾਵੇਗਾ। ਅਸੀਂ ਅੱਜ ਉਸ ਸਲੀਬ ਨੂੰ ਚੁੰਮਾਂਗੇ। ਹਾਂ ਪਿਆਰਿਓ, ਅਸੀਂ ਸਿਰਫ ਗਲਾਂ ਦੇ ਵਿੱਚ ਹੀ ਨਹੀਂ ਪਾਉਣਾ ਹੈ, ਅਸੀਂ ਹਰ ਰੋਜ਼ ਸਲੀਬ ਨੂੰ ਚੁੰਮਣਾ ਹੈ। ਜੇਕਰ ਸਾਡੇ ਘਰ ਸਲੀਬ ਹੈ ਤਾਂ ਅਸੀਂ ਵਿਸ਼ਵਾਸ ਨਾਲ ਉਸ ਸਲੀਬ ਨੂੰ ਚੁੰਮੀਏ, ਵਾਰ-ਵਾਰ ਚੁੰਮੀਏ, ਕਿਉਂਕਿ ਇਸ ਸਲੀਬ ਦੇ ਦੁਆਰਾ ਪ੍ਰਭੂ ਨੇ ਸਾਨੂੰ ਪਾਪਾਂ ਤੋਂ ਨਜਾਤ ਦਿਵਾਈ ਸੀ। ਇਸਰਾਇਲੀ ਲੋਕ ਮਿਸ਼ਰੀਆਂ ਦੀ ਗੁਲਾਮੀ ਤੋਂ ਆਜ਼ਾਦ ਹੋਏ। ਲੇਲੇ ਦੇ ਖੂਨ ਦੇ ਦੁਆਰਾ ਉਹ ਸਾਰੇ ਬਚਾਏ ਗਏ, ਉਹਨਾਂ ਦੇ ਪਲੋਠੇ ਬਚਾਏ ਗਏ। ਲੇਕਿਨ ਇੱਥੇ ਇੱਕ ਨਵਾਂ ਐਦ, ਪ੍ਰਭੂ ਯਿਸੂ ਮਸੀਹ ਨੇ ਇੱਕ ਨਵਾਂ ਨੇਮ ਸਾਡੇ ਨਾਲ ਬੰਨਿਆ ਸਲੀਬ ਦੇ ਉੱਤੇ ਆਪਣੀ ਜਾਨ ਦੇ ਕੇ, ਤਾਂ ਕਿ ਅਸੀਂ ਸਾਰੇ ਹੀ ਪਾਪ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਈਏ। ਤੇ ਪ੍ਰਭੂ ਨੇ ਸਾਨੂੰ ਪਾਪ ਦੀ ਗੁਲਾਮੀ ਤੋਂ ਆਜ਼ਾਦ ਕਰ ਦਿੱਤਾ ਹੈ। ਇਸ ਕਰਕੇ ਪਿਆਰਿਓ, ਅੱਜ ਜਦ ਅਸੀਂ ਇਹ ਪਾਵਨ ਦਿਹਾੜਾ ਮਨਾ ਰਹੇ ਹਾਂ, ਅਸੀਂ ਇਸ ਨੂੰ ਗੁੱਡ ਫਰਾਈਡੇ ਵੀ ਕਹਿੰਦੇ ਹਾਂ, ਕਿਉਂਕਿ ਇਸ ਦਿਨ ਇਹ ਸਾਡੇ ਸਾਰਿਆਂ ਦੇ ਲਈ, ਇਹ ਹੋਰ ਵੀ ਬਹੁਤ ਸਾਰੇ ਫਰਾਈਡੇ ਹਨ, ਪੂਰੇ ਸਾਲ ਵਿੱਚ ਕਈ ਫਰਾਈਡੇ ਨੇ, ਲੇਕਿਨ ਇਸ ਨੂੰ ਅਸੀਂ ਗੁੱਡ ਫਰਾਈਡੇ ਇਸ ਲਈ ਕਹਿੰਦੇ ਹਾਂ ਕਿਉਂਕਿ ਅੱਜ ਸਾਡਾ ਪ੍ਰਭੂ ਯਿਸੂ ਬੇਦਾਗ ਲੇਲਾ ਸਲੀਬ ਦੇ ਉੱਤੇ ਅੱਜ ਦੇ ਦਿਨ ਮਰ ਗਿਆ ਅਤੇ ਸਾਨੂੰ ਪਾਪਾਂ ਤੋਂ ਨਜਾਤ ਦਿਲਾਈ, ਅਤੇ ਇਸ ਨੂੰ ਸਾਡੇ ਸਾਰਿਆਂ ਦੇ ਲਈ ਚੰਗਾ ਫਰਾਈਡੇ, ਗੁੱਡ ਫਰਾਈਡੇ ਬਣਾ ਦਿੱਤਾ। ਇਸ ਕਰਕੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਤਾਲੀਮ ਦਈਏ, ਬੱਚਿਆਂ ਨੂੰ ਸਲੀਬ ਦਾ ਨਿਸ਼ਾਨ ਬਣਾਉਣਾ ਸਿਖਾਈਏ। ਸਿਰਫ ਕੁਝ ਸਕਿੰਟ ਲੱਗਦੇ ਹਨ, ਸਲੀਬ ਦਾ ਨਿਸ਼ਾਨ ਬਣਾਉਣ ਦੇ ਲਈ ਕੁਝ ਸਕਿੰਟ ਲੱਗਦੇ ਹਨ, ਲੇਕਿਨ ਇਸ ਚਿੰਨ੍ਹ ਨੂੰ ਬਣਾਉਣ ਦੇ ਦੁਆਰਾ ਪ੍ਰਭੂ ਸਾਨੂੰ ਬਰਕਤ ਦਿੰਦਾ ਹੈ। ਇੱਕ ਛੋਟੀ ਜੀ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਰਾਤ ਨੂੰ ਮੈਨੂੰ ਕੋਈ 11:30 ਵਜੇ ਫੋਨ ਆਇਆ, ਫਾਦਰ ਜੀ ਸਾਡਾ ਬੱਚਾ ਰੋਈ ਜਾ ਰਿਹਾ ਹੈ, ਚੁੱਪ ਨਹੀਂ ਕਰ ਰਿਹਾ ਹੈ, ਫਾਦਰ ਜੀ ਇਸ ਵਾਸਤੇ ਦੁਆ ਕਰੋ। ਮੈਂ ਉਸ ਵਾਸਤੇ ਦੁਆ ਕੀਤੀ ਤੇ ਨਾਲ ਹੀ ਨਾਲ ਮੈਂ ਉਹਨਾਂ ਨੂੰ, ਉਸ ਭੈਣ ਨੂੰ ਆਖਿਆ, ਭੈਣ ਜੀ ਬੱਚੇ ਦੇ ਮੱਥੇ ਦੇ ਉੱਤੇ ਸਲੀਬ ਦਾ ਨਿਸ਼ਾਨ ਬਣਾਓ, ਆਪਣੇ ਆਪ ਉੱਤੇ ਸਲੀਬ ਦਾ ਨਿਸ਼ਾਨ ਬਣਾਓ, ਮੰਜੀ ਦੇ ਉੱਤੇ ਸਲੀਬ ਦਾ ਨਿਸ਼ਾਨ ਬਣਾਓ, ਆਪਣੇ ਘਰ ਦੀ ਦੀਵਾਰ ਦੇ ਅੰਦਰ ਸਲੀਬ ਦਾ ਨਿਸ਼ਾਨ ਬਣਾਓ। ਕਰਕੇ ਦੇਖਿਓ ਬੱਚਾ ਚੁੱਪ ਹੋ ਜਾਏਗਾ। ਤੇ ਉਹ ਭੈਣ ਨੇ 10 ਮਿੰਟਾਂ ਬਾਅਦ ਫੋਨ ਕੀਤਾ ਕਿ ਫਾਦਰ ਜੀ ਬੱਚਾ ਚੁੱਪ ਹੋ ਗਿਆ ਹੈ, ਸੌਂ ਗਿਆ ਹੈ। ਪਿਆਰਿਓ, ਸਲੀਬ ਦੇ ਨਿਸ਼ਾਨ ਦੇ ਵਿੱਚ, ਸਲੀਬ ਦੇ ਵਿੱਚ ਸ਼ਕਤੀ ਹੈ। ਇਸ ਕਰਕੇ ਅਸੀਂ ਸਲੀਬ ਨੂੰ ਆਦਰ ਦਈਏ, ਵਾਰ-ਵਾਰ ਚੁੰਮੀਏ, ਘਰਾਂ ਦੇ ਵਿੱਚ ਲਗਾਈਏ, ਆਪਣੇ ਗਲਿਆਂ ਦੇ ਵਿੱਚ ਪਾਈਏ। ਸ਼ਰਮਾਉਣਾ ਨਹੀਂ ਹੈ। ਸ਼ਰਮਨਾਕ ਸੀਗੀ ਇੱਕ ਸਮੇਂ ਸਲੀਬ, ਸਲੀਬੀ ਮੌਤ ਇੱਕ ਸਮੇਂ ਸ਼ਰਮਨਾਕ ਸੀ, ਜਦੋਂ ਯਿਸੂ ਇਸ ਉੱਤੇ ਮਰਿਆ। ਯਿਸੂ ਨੇ ਜਾਨ ਨਹੀਂ ਦਿੱਤੀ ਸੀ, ਲੇਕਿਨ ਜਾਨ ਦੇਣ ਦੇ ਬਾਅਦ ਹੁਣ ਇਹ ਸਾਡੇ ਲਈ ਮੁਕਤੀ ਦਾ ਵਸੀਲਾ ਹੈ। ਇਸ ਕਰਕੇ ਅਸੀਂ ਉਸ ਸਲੀਬ ਦਾ ਹਮੇਸ਼ਾ ਆਦਰ ਕਰਦੇ ਰਹੀਏ। ਸਲੀਬ ਹੀ ਸਾਡੀ ਮੁਕਤੀ ਹੈ, ਸਲੀਬ ਹੀ ਸਾਡੀ ਨਜਾਤ ਹੈ। ਇੱਕ ਵਾਰੀ ਫਿਰ ਮੈਂ ਉਹ ਲਾਈਨਾਂ, ਆਖਰੀ ਲਾਈਨਾਂ ਦੁਬਾਰਾ ਦੁਹਰਾਵਾਂਗਾ। ਕਹਿੰਦਾ ਹੈ,
ਕਿ ਹਜ਼ਰਤ ਨੂਹ ਨੂੰ ਤੂਫਾਨ ਤੋਂ ਬਚਾਉਣ ਦੇ ਲਈ ਕਿਸ਼ਤੀ ਜੇ ਬਣਾਵੇ ਤਾਂ ਲੱਕੜੀ ਨਾਲ, ਇੱਕ ਲੱਕੜੀ ਸਲੀਬ ਦੀ ਅਜਬ ਡਿੱਠੀ, ਇੱਕ ਲੱਕੜੀ ਸਲੀਬ ਦੀ ਅਜਬ ਡਿੱਠੀ, ਸਾਰਾ ਜੱਗ ਬਚਾਵੇ ਤੇ ਲੱਕੜੀ ਨਾਲ, ਸਾਰਾ ਜੱਗ ਬਚਾਵੇ ਤੇ ਲੱਕੜੀ ਨਾਲ। ਜੈ ਯਿਸੂ ਮਸੀਹ ਦੀ।